ਅੱਛਾ, ਤੇ ਇਹਦਾ ਕੁਦਰਤੀ ਮਾਹੌਲ ਵਿੱਚ ਬਾਹਰ ਆ ਕੇ ਟਰੈਕਿੰਗ ਕਰਨਾ ਤੇ ਨਾਲ ਗੱਤਕੇ ਦੇ ਗੁਰ ਸਿੱਖਣਾ, ਇਹ ਕਿਦਾਂ ਦਾ ਤਜਰਬਾ ਤੁਹਾਡੇ ਲਈ? ਬਹੁਤ ਵਧੀਆ ਮਹਿਸੂਸ ਹੋ ਰਿਹਾ। ਅਕਾਲ ਇੰਟਰਨੈਸ਼ਨਲ ਗੁਰਮਤਿ ਕੈਂਪ ਹੈ। ਇਹਦਾ ਉਦੇਸ਼ ਹੈਗਾ ਵੀ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ। ਪਹਿਲਾ ਹੈਗਾ ਕਿ ਗੁਰਮਤਿ ਸੰਗੀਤ ਹੈ ਤੇ ਇਹਨਾਂ ਨੂੰ ਪੰਜਾਬੀ ਭਾਸ਼ਾ ਜਿਹੜੀ ਆ ਉਹਦਾ ਗਿਆਨ ਦਿੰਦੇ ਆ, ਤੇ ਫਿਰ ਅਸੀਂ ਇਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਆ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿੱਚ ਅਸੀਂ ਜੋੜਦੇ ਆ, ਹਨਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਜੋ ਸਾਲਾਨਾ ਅਕਾਲ ਇੰਟਰਨੈਸ਼ਨਲ ਗੁਰਮਤਿ ਕੈਂਪ ਕਰਵਾਇਆ ਜਾਂਦਾ ਉਹ ਚੱਲ ਰਿਹਾ ਜੀ, ਤੇ ਉਸ ਦੇ ਤਹਿਤ ਜਿਹੜੇ ਬੱਚੇ ਇਸ ਵਿੱਚ ਪਾਰਟਿਸਿਪੇਟ ਕਰਨ ਲਈ ਪਹੁੰਚੇ ਹੋਏ ਨੇ ਉਹਨਾਂ ਨੂੰ ਇਸ ਵੇਲੇ ਇੱਕ ਅਲੱਗ-ਅਲੱਗ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ। ਸੋ ਉਸੇ ਦੇ ਤਹਿਤ ਉਹਨਾਂ ਨੂੰ ਬਾਹਰ ਟਰੈਕਿੰਗ ਕਰਨ ਲਈ ਲਿਆਂਦਾ ਹੋਇਆ, ਤੇ ਇੱਥੇ ਉਹ ਨਦੀ ਦੇ ਕਿਨਾਰੇ ਬੜੇ ਵਧੀਆ ਮਾਹੌਲ ਵਿੱਚ, ਕੁਦਰਤੀ ਮਾਹੌਲ ਵਿੱਚ, ਨੇਚਰ ਦੇ ਨੇੜੇ ਰਹਿ ਕੇ ਨਾਲੇ ਤਾਂ ਉਹ ਗੱਤਕੇ ਦੇ ਗੁਰ ਵੀ ਸਿੱਖਣਗੇ ਤੇ ਰਹਿਰਾਸ ਸਾਹਿਬ ਦੇ ਪਾਠ ਵੀ ਕਰਨਗੇ। ਸੋ ਉਹਨਾਂ ਨੇ ਐਕਸਪੀਰੀਅੰਸ ਵੀ ਜਾਣਾਂਗੇ ਇੱਥੇ, ਤੇ ਨਾਲ ਉਹਨਾਂ ਦੇ ਨਾਲ ਆਪਾਂ ਇੱਥੇ ਇੰਜੋਏ ਕਰਾਂਗੇ। ਸੋ ਆਓ ਵੇਖਦੇ ਹਾਂ ਉਹ ਕਿਹੜੀਆਂ ਐਕਟੀਵਿਟੀਜ਼ ਇੱਥੇ ਕਰਦੇ ਨੇ, ਕੁਦਰਤ ਦਾ ਕਿਵੇਂ ਆਨੰਦ ਮਾਣਦੇ ਨੇ, ਕਿੱਦਾਂ ਇਸ ਕੈਂਪ ਨੂੰ ਅੱਗੇ ਵਧਾਉਂਦੇ ਨੇ। ਆਓ ਵੇਖਦੇ ਹਾਂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਇਹਦੇ ਬਾਰੇ ਦੱਸ ਦਿਓ, ਇੱਕ ਤੁਸੀਂ ਕਿਹੜੀ ਐਕਟੀਵਿਟੀ ਕਰਵਾ ਰਹੇ ਹੋ ਤੇ ਕੀ ਸਿਖਾ ਰਹੇ ਹੋ ਬੱਚਿਆਂ ਨੂੰ? ਜੀ ਇਹਨੂੰ ਬੋਲਦੇ ਨੇ ਚੱਕਰ ਜੀ। ਇਹ ਚੱਕਰ ਗੱਤਕੇ ਦੇ ਵਿੱਚ ਹੁੰਦਾ ਹੈ ਜੀ, ਘੁਮਾਉਣ ਵਾਸਤੇ। ਜਿਵੇਂ ਉੱਪਰੋਂ ਕੋਈ ਤੀਰ ਮਾਰ ਰਿਹਾ ਹੋਵੇ ਜਾਂ ਕੋਈ ਛੱਡ ਰਿਹਾ ਹੋਵੇ ਜਿਵੇਂ, ਤੇ ਫਿਰ ਇਹ ਚੱਕਰ ਘੁਮਾਉਂਦੇ ਫਿਰ ਉਹ ਤੀਰ ਰੁਕਦੇ ਨੇ। ਜੀ ਜੀ ਜੀ। ਤੇ ਉਹ ਚੀਜ਼ ਹੈ ਜੀ, ਉਹ ਬੱਚਿਆਂ ਨੂੰ ਕਰਾ ਰਹੇ ਹਾਂ। ਕਿਵੇਂ ਤਜਰਬਾ ਤੁਹਾਡਾ? ਹਾਂਜੀ, ਹਜੇ ਤਾਂ ਆਪਾਂ ਮਤਲਬ ਸਿੱਖਣੀ ਸ਼ੁਰੂ ਹੀ ਕੀਤੀ ਹੈ। ਸੈਲਫ ਡਿਫੈਂਸ ਵੀ ਸਿੱਖੀ ਆ? ਹਾਂਜੀ। ਸੈਲਫ ਡਿਫੈਂਸ ਦੇ ਵਿੱਚ ਕੀ ਸਿਖਾਇਆ ਜੀ ਇਹਨਾਂ ਨੂੰ? ਸੈਲਫ ਡਿਫੈਂਸ ਸਾਡੇ ਦੂਜੇ ਵਾਲੇ ਉਸਤਾਦ ਜੀ ਨੇ ਸਿਖਾਈ ਹੈ। ਅੱਛਾ, ਤੇ ਇਹਦਾ ਕੁਦਰਤੀ ਮਾਹੌਲ ਵਿੱਚ ਬਾਹਰ ਆ ਕੇ ਟਰੈਕਿੰਗ ਕਰਨਾ ਤੇ ਨਾਲ ਗੱਤਕੇ ਦੇ ਗੁਰ ਸਿੱਖਣਾ, ਇਹ ਕਿਦਾਂ ਦਾ ਤਜਰਬਾ ਤੁਹਾਡੇ ਲਈ? ਬਹੁਤ ਵਧੀਆ ਮਹਿਸੂਸ ਹੋ ਰਿਹਾ। ਅੱਛਾ ਲੱਗ ਰਿਹਾ ਨੇਚਰ ਵਿੱਚ? ਹਾਂਜੀ, ਮਤਲਬ ਗੱਤਕੇ ਤੇ ਨੇਚਰ ਦੇ ਨਾਲ ਦੋਨੋਂ ਚੀਜ਼ਾਂ ਇਕੱਠੇ ਦੇਖ ਕੇ ਬਹੁਤ ਵਧੀਆ ਲੱਗ ਰਿਹਾ। ਅੱਛਾ, ਤੁਸੀਂ ਇੱਕ ਐਕਟੀਵਿਟੀ ਕਰਕੇ ਵਿਖਾਓਗੇ? ਹਾਂਜੀ, ਹਜੇ ਤਾਂ ਮੈਂ ਸਿੱਖ ਹੀ ਰਿਹਾ ਸੀਗਾ, ਪਹਿਲੇ ਉਸਤਾਦ ਜੀ ਕਰਕੇ ਦੱਸਣਗੇ। ਮਾੜਾ ਦੱਸੋ ਤੁਸੀਂ ਕਿੱਦਾਂ ਇਹਨੂੰ ਫੜਨਾ, ਕਿੱਦਾਂ ਇਹਨੂੰ ਘੁਮਾਉਣਾ? ਸਿੰਪਲ ਪਹਿਲਾਂ ਤਾਂ ਐਵੇਂ ਫੜਨਾ ਇਹਨੂੰ, ਕੋਈ ਜ਼ਿਆਦਾ ਔਖਾ ਨਹੀਂ ਹੈ। ਤੇ ਫਿਰ ਧੀਰੇ ਧੀਰੇ ਐਵੇਂ ਗੋਲ ਘੁਮਾਉਣਾ, ਫਿਰ ਸਿੱਧਾ ਕਰਨਾ ਇਹਨੂੰ। ਓਕੇ। ਇਹਨੂੰ ਧੀਰੇ ਧੀਰੇ ਫੜ ਕੇ ਨਾ ਐਵੇਂ ਸਿੱਧਾ ਕਰਨਾ ਹੈ। ਇਹਨੂੰ ਸਿੱਧਾ ਕਰਦੇ ਕਰਦੇ ਐਵੇਂ ਲੱਗ ਜਾਣਾ ਹੈ ਆਪੇ ਹੀ। ਫਿਰ ਇਹਦੇ ਬਾਹਰ ਹੁੰਦੇ ਨੇ। ਹਾਂਜੀ। ਉਹ ਬਾਹਰ ਇੱਕ ਉੱਪਰੋਂ ਕੱਢ ਸਕਦੇ, ਜਿਵੇਂ ਪਿੱਛੇ ਤੀਰ ਮਾਰ ਰਿਹਾ, ਕੋਈ ਉੱਪਰੋਂ ਮਾਰ ਰਿਹਾ, ਉੱਪਰੋਂ ਤੀਰ ਉੱਪਰੋਂ ਘੁਮਾ ਲੇ, ਕੋਈ ਥੱਲੋਂ ਮਾਰੇ, ਥੱਲੋਂ ਦੋਵੇਂ ਪਾਸੇ ਆ ਰਹੇ ਨੇ। ਫਿਰ ਇੱਕ ਉੱਪਰੋਂ ਪਿੱਛੇ ਆਪਾਂ ਰੋਕ ਕੇ ਐਵੇਂ ਸਿੰਪਲ ਕਰਕੇ ਐਵੇਂ ਆਪਾਂ ਰੋਕ ਸਕਦੇ। ਜੇ ਕੋਈ ਉੱਪਰੋਂ ਸਿਰ ਤੋਂ ਹੀ ਮਾਰ ਰਿਹਾ ਫਿਰ ਆਪਾਂ ਸਿਰ ਤੇ ਘੁਮਾ ਸਕਦੇ ਹਾਂ। ਜੇ ਕੋਈ ਥੱਲੇ ਆ ਰਹੇ ਨੇ ਤੀਰ, ਇਹ ਤੀਰ ਥੱਲੇ ਆ ਰਹੇ ਨੇ, ਆਪਾਂ ਐਵੇਂ ਥੱਲੋਂ ਉਹਨੂੰ ਆਪਣੀ ਕੈਰ ਕਰਨ ਵਾਸਤੇ ਕਰ ਸਕਦੇ ਹਾਂ। ਜੀ ਜੀ ਜੀ। ਇਸ ਤੋਂ ਬਿਨਾ ਹੋਰ ਕਿਹੜੀਆਂ ਐਕਟੀਵਿਟੀਜ਼ ਆ ਜਿਹੜੀਆਂ ਤੁਸੀਂ ਕਰਵਾਉਂਦੇ ਹੋ ਜੀ? ਹੋਰ ਕਿਰਪਾਨ ਢਾਲ ਹੁੰਦੀ ਹੈ। ਕਿਰਪਾਨ ਤੇ ਢਾਲ? ਹਾਂਜੀ। ਆ ਜਿਹੜੇ ਬੱਚੇ ਆ ਸਹਿਜ, ਇਹ ਕਿਰਪਾਨ ਢਾਲ ਜੀ ਆ ਜਾਓ ਕਰਕੇ ਦਿਖਾਣਗੇ, ਇੱਥੇ ਆਇਓ, ਕਰਕੇ ਵਿਖਾਉਣਗੇ ਜੀ ਸਾਨੂੰ ਕਿਰਪਾਨ ਤੇ ਢਾਲ ਦੇ ਜ਼ੋਹਰ ਵਿਖਾਉਣਗੇ। ਇਹ ਕਿਰਪਾਨ ਢਾਲ, ਇਹ ਜਦੋਂ 6ਵੀਂ ਪਾਤਸ਼ਾਹ ਜੀ ਆਏ ਸੀ ਉਦੋਂ ਉਹਨਾਂ ਨੇ ਨਾਲ ਆਪਣਾ ਗੁਰਮਤਿ ਪੜ੍ਹਾਈ ਦੇ ਨਾਲ ਸ਼ਸਤਰ ਵਿਦਿਆ ਵੀ ਸਟਾਰਟ ਕੀਤੀ ਸੀ। ਜੋ ਉਦੋਂ ਪੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰ। ਹਾਂਜੀ ਉਹ ਹੈ। ਫਿਰ ਮੀਰੀ ਪੀਰੀ ਦੀ ਕਿਰਪਾਨ ਉਹਨਾਂ ਨੂੰ ਬੋਲਦੇ ਨੇ ਆਪਾਂ, ਢਾਲ ਕਿਰਪਾਨ ਉਹ ਹੈ। ਢਾਲ ਬਚਾਉਣ ਵਾਸਤੇ, ਕਿਰਪਾਨ ਜਿਹੜੀ ਮਾਰਨ ਵਾਸਤੇ ਹੁੰਦੀ ਹੈ। ਇਹ ਗੱਤਕੇ ਦੇ ਅਹਿਮ ਗੁਰ ਨੇ ਜਿਹੜੇ ਸਿਖਾਏ ਜਾਂਦੇ ਨੇ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਜਿਹੜੇ ਤੁਸੀਂ ਆਪ ਜੀ ਸਰਵਨ ਕਰ ਰਹੇ ਹੋ, ਢਾਲ ਕਿਰਪਾਨ ਹੋ ਰਿਹਾ ਜੀ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੁਰੂ ਕਰਵਾਇਆ ਸੀ ਜਦੋਂ ਉਹਨਾਂ ਨੇ ਮੀਰੀ ਪੀਰੀ ਦੀ ਕਿਰਪਾਨ ਧਾਰਨ ਕੀਤੀ ਸੀ, ਉਦੋਂ ਫਿਰ ਉਹਨਾਂ ਨੇ ਸ਼ਸਤਰ ਵਿਦਿਆ ਵੀ ਸਟਾਰਟ ਕਰਾਈ ਸੀ। ਜਿਹੜੇ ਪਹਿਲੇ ਗੁਰੂ ਤੋਂ ਲੈ ਕੇ 5 ਗੁਰੂ ਤੱਕ ਗੁਰੂ ਬਣੇ ਸੀ ਉਹ ਸਿਰਫ ਸੰਤ ਸੀ। ਹੁਣ ਜਿਹੜੇ ਫਿਰ 6ਵੇਂ ਪਾਤਸ਼ਾਹ ਜੀ ਤੋਂ ਸਟਾਰਟਿੰਗ ਹੋਈ ਸੀ ਉਹ ਸੰਤ ਸਿਪਾਹੀ ਤੋਂ ਸਟਾਰਟਿੰਗ ਹੋਈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਬਿਲਕੁਲ ਜੀ, ਬਹੁਤ ਵਧੀਆ ਅੰਤਰਰਾਸ਼ਟਰੀ ਸਟੂਡੈਂਟ ਜਿਹੜੇ ਬੱਚੇ ਆਏ ਹੋਏ ਨੇ ਉਹ ਸਿੱਖੀ ਦੇ ਇਹ ਗੁਰ ਵੀ ਸਿੱਖ ਰਹੇ ਨੇ ਜਿਹੜੇ ਆਪਣੀ ਕਹ ਲਓ ਵੀ ਸੈਲਫ ਡਿਫੈਂਸ ਲਈ। ਤੇ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਸਿੱਖ ਕੇ? ਮੈਨੂੰ ਬਹੁਤ ਅੱਛਾ ਲੱਗ ਰਿਹਾ, ਮੈਨੂੰ ਸੈਲਫ ਡਿਫੈਂਸ ਸਿੱਖ ਰਿਹਾ ਤੇ ਮੈਨੂੰ ਕੋਈ ਅਟੈਕ ਹੁੰਦਾ ਮੈਂ ਡਿਫੈਂਡ ਕਰ ਸਕਦਾ। ਤੇ ਇੱਕ ਮੈਂ ਵੀ ਸਿੱਖਿਆ ਇੱਕ ਦੈਟ ਪਹਿਲਾਂ ਅਟੈਕ ਨਹੀਂ ਕਰਨਾ, ਪਹਿਲਾਂ ਡਿਫੈਂਡ ਕਰਨਾ। ਜੀ ਬਹੁਤ ਅੱਛਾ, ਬੱਚੇ ਆਏ ਹੋਏ ਨੇ ਅਮਰੀਕਾ ਤੋਂ ਆਏ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਸਰ ਮੌਜੂਦ ਨੇ ਜਿਨ੍ਹਾਂ ਨੇ ਹਿਸਟਰੀ ਦੀਆਂ ਕਲਾਸਾਂ ਲਈਆਂ, ਬੱਚਿਆਂ ਨੂੰ ਸਿੱਖ ਹਿਸਟਰੀ ਬਾਰੇ ਦੱਸਿਆ, ਸਿੱਖ ਇਤਿਹਾਸ ਬਾਰੇ ਪੜ੍ਹਾਇਆ, ਉਹਨਾਂ ਨੂੰ ਦੱਸਿਆ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੱਸੋ ਜੀ ਕਿੱਦਾਂ ਦਾ ਤਜਰਬਾ ਰਿਹਾ ਬੱਚਿਆਂ ਨਾਲ, ਜਿਹੜੇ ਬਾਹਰੋਂ ਆਏ ਸੀ ਬੱਚੇ ਜਿਨ੍ਹਾਂ ਨੂੰ ਬਹੁਤ ਘੱਟ ਪਤਾ ਸੀ ਇਤਿਹਾਸ ਬਾਰੇ, ਤੇ ਉਹਨਾਂ ਨਾਲ ਜਿਹੜਾ ਤੁਸੀਂ ਮਤਲਬ ਉਹਨਾਂ ਨੂੰ ਦੱਸਿਆ ਹਿਸਟਰੀ ਬਾਰੇ, ਕਿੱਦਾਂ ਦਾ ਤਜਰਬਾ ਤੁਹਾਡਾ, ਕਿੱਦਾਂ ਦਾ ਤਜਰਬਾ ਰਿਹਾ? ਹਾਂ, ਇਸ ਤਰ੍ਹਾਂ ਜੀ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਹੈ ਆਪਣੇ ਇਤਿਹਾਸ ਨੂੰ ਜਾਣਨ ਬਾਰੇ। ਤੇ ਅਸੀਂ ਯਤਨ ਕੀਤਾ ਕਿ ਜੋ ਗੁਰੂ ਸਾਹਿਬ ਨੇ ਸਾਨੂੰ ਵਿਰਸਾ ਦਿੱਤਾ ਆ, ਜੋ ਸੱਭਿਆਚਾਰ ਦਿੱਤਾ ਆ, ਅਸੀਂ ਉਹਦੇ ਵੱਖੋ ਵੱਖਰੇ ਪੱਖਾਂ ਤੋਂ ਬੱਚਿਆਂ ਨੂੰ ਜਾਣੂ ਕਰਾਉਣ ਦਾ ਯਤਨ ਕੀਤਾ ਆਪਣੇ ਵੱਲੋਂ। ਤੇ ਜਿੱਥੇ ਗੁਰਬਾਣੀ ਰਾਹੀਂ ਜੋੜਿਆ ਗਿਆ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ, ਉੱਥੇ ਹੀ ਸਿੱਖ ਰਹਿਤ ਮਰਜ਼ਾਦਾ ਤੋਂ ਵੀ ਜਾਣੂ ਕਰਵਾਇਆ ਗਿਆ, ਕਿਉਂਕਿ ਬੱਚੇ ਆਪਣੇ ਪਿਛੋਕੜ ਬਾਰੇ ਜਾਣਨ ਬਾਰੇ ਬੜੇ ਉਤਸੁਕ ਨੇ। ਤੋ ਸਾਡਾ ਉਪਰਾਲਾ ਸੀ ਕਿ ਗੁਰੂ ਸਾਹਿਬ ਨੇ ਜਿਹੜੀ ਉਪਰਾਲਾ ਆਰੰਭਿਆ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਕਿ ਮਨੁੱਖ ਦੀ ਇੱਕ ਸਰਬਪੱਖੀ ਸ਼ਖਸੀਅਤ ਘੜੀ ਜਾਵੇ। ਸੋ ਗੁਰੂ ਸਾਹਿਬ ਜੀ ਨੇ ਜੀਵਨ ਦੇ ਹਰ ਪੱਖ ਤੋਂ ਸਿੱਖ ਨੂੰ ਅਗਵਾਈ ਦਿੱਤੀ ਹੋਈ ਆ। ਜਿੱਥੇ ਅਕਾਦਮਿਕ ਤੌਰ ਤੇ ਮਹਾਰਾਜ ਜੀ ਨੇ ਕਿਹਾ ਵੀ ਸਾਨੂੰ ਵਿੱਦਿਆ ਲੈਣੀ ਚਾਹੀਦੀ ਆ, ਉੱਥੇ ਪਰਮਾਤਮਾ ਨਾਲ ਜੁੜਨ ਦਾ ਜੋ ਸਾਡਾ ਟੀਚਾ ਮਿੱਥਿਆ ਗਿਆ ਇਸ ਸੰਸਾਰ ਵਿੱਚ, ਪਰਮਾਤਮਾ ਨੇ ਜੋ ਸਾਨੂੰ ਭੇਜਿਆ ਹੋਇਆ। ਸੋ ਗੁਰੂ ਸਾਹਿਬ ਜੀ ਨੇ ਜਿੱਥੇ ਸੰਸਾਰਕ ਪੱਖਾਂ ਤੋਂ ਸਾਡਾ ਰਾਹ ਦਸੇਰਾ ਬਣ ਕੇ ਮਹਾਰਾਜ ਜੀ ਨੇ ਗੁਰਬਾਣੀ 'ਚ ਸਾਨੂੰ ਚਾਨਣ ਦਿੱਤਾ ਹੋਇਆ, ਉੱਥੇ ਹੀ ਸਾਨੂੰ ਅਧਿਆਤਮਿਕ ਤੌਰ ਤੇ ਵੀ ਸਾਨੂੰ ਉਚਾਈਆਂ ਉੱਤੇ ਪਹੁੰਚਾਉਣ ਵਾਸਤੇ ਗੁਰੂ ਮਹਾਰਾਜ ਜੀ ਨੇ ਉਪਰਾਲੇ ਕੀਤੇ ਹੋਏ ਨੇ। ਸੋ ਅਸੀਂ ਯਤਨ ਕੀਤਾ ਹੈ ਕਿ ਗੁਰੂ ਮਹਾਰਾਜ ਜੀ ਦਾ ਜਿਹੜਾ ਸੰਤ ਸਿਪਾਹੀ ਦਾ, ਮੇਰੀ ਪੀਰੀ ਦਾ, ਸੰਸਾਰ ਕਰਤਾਰ ਦਾ ਜਿਹੜਾ ਸਮੇਲ ਬਣਾਇਆ ਹੋਇਆ, ਕਿ ਅਸੀਂ ਬੱਚਿਆਂ ਨੂੰ ਉਸ ਦੇ ਹਾਣ ਦੇ ਬਣਾ ਸਕੀਏ। ਜਿਹੜਾ ਸਿੱਖ ਹਿਸਟਰੀ ਦੇ ਵਿੱਚ ਤੁਸੀਂ ਜਿਹੜਾ ਸਿਲੇਬਸ ਜੋ ਵੀ ਕਰਾਇਆ ਬੱਚਿਆਂ ਨੂੰ, ਉਹਦੇ ਬਾਰੇ ਦੱਸੋ ਵੀ ਕੀ ਕੀ ਦੱਸਿਆ ਬੱਚਿਆਂ ਨੂੰ, ਥੋੜਾ ਜਿਹਾ ਡਿਟੇਲ ਦੇ। ਅਸੀਂ ਬੱਚਿਆਂ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਪਨ ਤੋਂ ਲੈ ਕੇ ਯਤਨ ਕੀਤਾ ਕਿ ਉਹਨਾਂ ਨੂੰ ਅੱਜ ਤੱਕ ਦੇ ਇਤਿਹਾਸ ਤੋਂ ਵਾਪਰਿਆ ਹੈ, ਗੁਰੂ ਸਾਹਿਬਾਨ ਤੋਂ ਬਾਅਦ ਸਿੱਖ ਇਤਿਹਾਸ ਵੀ ਆ, ਉਹਦਾ ਸੰਖੇਪ ਪੱਖ ਜਿਹੜੇ ਵਿਸ਼ੇਸ਼ ਪੱਖ ਉਹ ਦੱਸਣ ਦਾ ਯਤਨ ਕੀਤਾ ਅਸੀਂ, ਤਾਂ ਕਿ ਬੱਚੇ ਆਪਣੇ ਪਿਛੋਕੜ ਬਾਰੇ ਜਾਣ ਸਕਣ, ਇਤਿਹਾਸ ਬਾਰੇ ਜਾਣ ਸਕਣ, ਤੇ ਆਉਣ ਵਾਲੇ ਜਿਹੜੇ ਭਵਿੱਖ ਦੇ ਕੋਈ ਚੈਲੰਜਸ ਨੇ ਜਿਹੜੇ ਉਹਨਾਂ ਵਾਸਤੇ ਵੀ ਉਹਨਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਅਸੀਂ। ਕਿੰਨਾ ਕੁ ਜ਼ਰੂਰੀ ਆ ਨਵੀਂ ਪੀੜ੍ਹੀ ਨੂੰ, ਨਵੀਂ ਪਨੀਰੀ ਨੂੰ ਉਹਦੇ ਇਤਿਹਾਸ ਬਾਰੇ ਦੱਸਣਾ, ਕਿੰਨਾ ਕੁ ਜ਼ਰੂਰੀ ਆ? ਇਤਿਹਾਸ ਬਾਰੇ ਦੱਸਣਾ ਤੇ ਵਿਰਸੇ ਬਾਰੇ ਦੱਸਣਾ ਤੇ ਇੰਨਾ ਜ਼ਰੂਰੀ ਆ ਕਿ ਜਿਵੇਂ ਅਸੀਂ ਕਹਿ ਦਿੰਦੇ ਵੀ ਸਾਡੇ ਸਰੀਰ ਦੇ ਸਾਹ ਨਹੀਂ ਚੱਲਣਗੇ ਤਾਂ ਜ਼ਿੰਦਗੀ ਖਤਮ ਹੋ ਜਾਏਗੀ ਸਾਡਾ ਫਿਜ਼ੀਕਲ ਤੌਰ ਤੇ। ਜੇ ਅਸੀਂ ਆਪਣੇ ਵਿਰਸੇ ਨਾਲ ਨਹੀਂ ਜੁੜਾਂਗੇ ਤੇ ਮਾਨਸਿਕ ਤੌਰ ਤੇ, ਅਧਿਆਤਮਿਕ ਤੌਰ ਤੇ ਬੌਣੇ ਹੋ ਜਾਵਾਂਗੇ, ਕਮਜ਼ੋਰ ਹੋ ਜਾਵਾਂਗੇ, ਤੇ ਫਿਰ ਅਸੀਂ ਆਪਣੀ ਜਿਹੜਾ ਪਿਛੋਕੜ ਆ ਉਹਦਾ ਮਾਣ ਗੌਰਵ ਨਹੀਂ ਕਰ ਸਕਦੇ। ਇਸ ਕਰਕੇ ਬੱਚਿਆਂ ਨੂੰ ਆਪਣੇ ਜਿਹੜੇ ਵਿਰਾਸਤ ਦਾ ਗੌਰਵ ਆ ਉਹ ਤਾਂ ਹੀ ਪਤਾ ਮਾਣ ਮਹਿਸੂਸ ਕਰ ਸਕਣਗੇ ਜੇ ਉਹਨਾਂ ਨੂੰ ਉਹਦੇ ਬਾਰੇ ਜਾਣਕਾਰੀ ਹੋਏਗੀ। ਬਿਲਕੁਲ, ਜਿਹੜੇ ਕਹਿ ਲਓ ਵੀ ਆਪਣੇ ਧਰਮ ਦੇ ਵਿੱਚ ਕਹਿ ਲਓ ਵੀ ਇੰਨੀਆਂ ਸ਼ਹਾਦਤਾਂ ਹੋਈਆਂ, ਕਿਸੇ ਧਰਮ 'ਚ ਨਹੀਂ ਹੋਈਆਂ ਹੋਣੀਆਂ, ਮਨੁੱਖਤਾ ਦੇ ਲਈ ਹੋਈਆਂ, ਕਹਿ ਲਓ ਲੋਕਾਂ ਦੀ ਰੱਖਿਆ ਲਈ ਹੋਈਆਂ, ਹੱਕਾਂ ਲਈ ਹੋਈਆਂ ਗੀਆਂ। ਸੋ ਉਹਨਾਂ ਦਾ ਦੱਸਣਾ ਜ਼ਰੂਰੀ ਆ, ਸਾਰੀਆਂ ਸ਼ਹਾਦਤਾਂ ਬਾਰੇ ਵੀ ਪਤਾ ਹੋਣਾ ਚਾਹੀਦਾ, ਲੜਾਈਆਂ ਬਾਰੇ ਪਤਾ ਹੋਣਾ ਚਾਹੀਦਾ। ਅਸੀਂ ਯਤਨ ਕੀਤਾ ਕਿ ਸਿੱਖ ਇਤਿਹਾਸ 'ਚ ਲਗਭਗ ਗੁਰੂ ਸਾਹਿਬ ਨੇ ਹਰ ਇਸ ਤਰ੍ਹਾਂ ਦੀਆਂ ਪੈੜਾਂ ਪਾਈਆਂ ਹੋਈਆਂ ਨੇ ਕਿ ਉਹ ਜਿੱਥੇ ਜੀਵਨ ਦੇ ਹਰ ਪੱਖ ਤੋਂ ਸਾਨੂੰ ਗਵਾਹੀ ਮਿਲ ਜਾਂਦੀ ਆ, ਸੁਚੱਜਾ ਜੀਵਨ ਵਾਸਤੇ ਗ੍ਰਸਤੀ ਧਰਮ ਧਾਰਨ ਕਰਨ ਵਾਸਤੇ, ਉੱਥੇ ਹੀ ਸੰਸਾਰ 'ਚ ਜਿਹੜੀਆਂ ਸਾਡੀਆਂ ਮੁਸ਼ਕਲਾਂ ਨੇ, ਦੁੱਖ ਨੇ, ਉਹਨਾਂ ਦਾ ਟਾਕਰਾ ਕਰਨ ਵਾਸਤੇ ਵੀ ਮਨੁੱਖ ਨੂੰ ਤਿਆਰ ਕੀਤਾ ਹੋਇਆ। ਫਿਰ ਇੰਨਾ ਹੀ ਨਹੀਂ ਕਿ ਮਨੁੱਖ ਨੂੰ ਆਪਣੇ ਆਪ ਵਾਸਤੇ ਸਗੋਂ ਸਰਬੱਤ ਦੇ ਭਲੇ ਲਈ ਤਿਆਰ ਕੀਤਾ ਹੋਇਆ। ਸੋ ਅਸੀਂ ਉਸੇ ਤਰ੍ਹਾਂ ਗੁਰਬਾਣੀ ਦੀ ਫਿਲਾਸਫੀ, ਗੁਰਮਤਿ ਫਿਲਾਸਫੀ, ਗੁਰ ਇਤਿਹਾਸ ਦੇ ਉਹਨਾਂ ਪੱਖਾਂ ਨੂੰ ਹੀ ਉਜਾਗਰ ਕੀਤਾ ਬੱਚਿਆਂ ਸਾਹਮਣੇ, ਤਾਂ ਕਿ ਬੱਚੇ ਆਪਣੇ ਆਪ ਦਾ ਭਲਾ ਕਰਨ ਵਾਸਤੇ ਵੀ ਤਿਆਰ ਹੋਣ, ਸਫਲ ਹੋਣ ਜੀਵਨ ਵਿੱਚ, ਤੇ ਆਪਣੇ ਆਂਢ ਗੁਆਂਢ ਦੇ ਵਿੱਚ ਜਿੱਥੇ ਜਿੱਥੇ ਵੀ ਰਹਿ ਰਹੇ ਨੇ ਸਮਾਜ ਵਿੱਚ ਉਹਦੀ ਭਲਾਈ ਦਾ ਵੀ ਯਤਨ ਕਰਨ ਵਿੱਚ ਜਿਹੜਾ ਯੋਗਦਾਨ ਪਾਉਣ। ਤੁਹਾਨੂੰ ਇਹ ਜਿਹੜੇ ਨਿੱਕੇ ਨਿੱਕੇ ਬੱਚੇ ਆ ਸਿੱਖੀ ਸਰੂਪ 'ਚ ਆ ਹੁਣ ਕੁਦਰਤ ਦੀ ਗੋਦ ਵਿੱਚ ਗੱਤਕਾ ਸਿੱਖ ਰਹੇ ਆ, ਤਲਵਾਰਬਾਜੀ ਸਿੱਖ ਰਹੇ ਆ, ਤੇ ਇਹ ਸਾਰੇ ਗੁਰ ਹਾਸਲ ਕਰ ਰਹੇ ਆ। ਇੱਕ ਉਹ ਸਮਾਂ ਸੀ ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕਰੀ, ਕਹਿ ਲਓ ਚਿੜੀਆਂ ਤੋਂ ਬਾਜ, ਕਹਿ ਲਓ ਵੀ ਉਹਨਾਂ ਨੇ ਇੰਨਾ ਕੁ ਜਜ਼ਬਾ ਭਰਿਆ ਹੈ ਨਾ। ਤਾਂ ਤੁਹਾਨੂੰ ਕਿੱਦਾਂ ਲੱਗਦਾ ਵੀ ਉਹ 16ਵੀਂ ਸਦੀ ਤੋਂ ਬਾਅਦ ਹੁਣ ਵੀ ਇਹ ਜਦੋਂ ਇਹ ਨਿੱਕੇ ਨਿੱਕੇ
ਬੱਚੇ ਸਿੱਖੀ ਸਰੂਪ 'ਚ ਨੇ ਫਿਰਦੇ ਨੇ ਹਨਾ, ਇਹ ਉਹਨਾਂ ਦੇ ਪੂਰਨਿਆਂ ਤੇ ਉਹਨਾਂ ਦੀਆਂ ਪੈੜਾਂ ਤੇ ਚੱਲ ਰਹੇ ਨੇ, ਨਕਸ਼ੇ ਕਦਮਾਂ ਤੇ ਚੱਲ ਰਹੇ ਨੇ, ਉਸ ਚੀਜ਼ ਨੂੰ ਮਹਾਂਦਰੇ ਨੂੰ ਸਾਂਭ ਰਹੇ ਨੇ। ਇਹਨੂੰ ਵੇਖ ਕੇ ਕਿਵੇਂ ਲੱਗ ਰਿਹਾ? ਹਾਂ ਬਿਲਕੁਲ, ਕਿਉਂਕਿ ਗੁਰੂ ਸਾਹਿਬ ਜੀ ਨੇ ਕੋਈ ਸਾਡੇ ਜੀਵਨ ਦਾ ਪੱਖ ਐਸਾ ਛੱਡਿਆ ਹੀ ਨਹੀਂ ਜਿਹਦੇ ਤੇ ਗਵਾਹੀ ਨਾ ਦਿੱਤੀ ਹੋਵੇ। ਜਦੋਂ ਅਸੀਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਵੇਖਦੇ ਹਾਂ ਤਾਂ ਪਤਾ ਲੱਗਦਾ ਕਿ ਗੁਰੂ ਜੀ ਸਰੀਰਕ ਤੌਰ ਤੇ ਕਿੰਨੇ ਬਲਵਾਨ ਹੋਣਗੇ, ਅਧਿਆਤਮਿਕ ਤੌਰ ਤੇ ਤਾਂ ਜੋ ਪਰਮਾਤਮਾ ਦਾ ਸਰੂਪ ਸਨ ਹੀ ਸਨ, ਤੇ ਉਹਨਾਂ ਦਾ ਇੱਕ ਬਲਵਾਨ ਸਰੀਰ ਸੀ। ਤੇ ਉਸੇ ਹੀ ਨਕਸ਼ੇ ਕਦਮਾਂ ਤੇ ਚੱਲਦਿਆਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਖਡੂਰ ਸਾਹਿਬ ਵਿੱਚ ਮੱਲ ਅਖਾੜੇ ਸ਼ੁਰੂ ਕਰਵਾਏ। ਆਪਸ ਵਿੱਚ ਸਿੱਖਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਸੀ, ਘੋਲ ਕਰਵਾਏ ਜਾਂਦੇ ਸੀ, ਤਾਂ ਕਿ ਉਹਨਾਂ ਨੂੰ ਜਿਸਮਾਨੀ ਤੌਰ ਤੇ ਵੀ ਤਕੜੇ ਕੀਤਾ ਜਾ ਸਕੇ, ਕਿਉਂਕਿ ਸਮਾਜ ਦੀਆਂ ਲੋੜਾਂ ਸਨ, ਦੇਸ਼ ਦੀਆਂ ਲੋੜਾਂ ਸਨ। ਹਜ਼ਾਰਾਂ ਸਾਲਾਂ ਤੋਂ ਦੇਸ਼ ਗੁਲਾਮ ਚੱਲਿਆ ਆ ਰਿਹਾ ਸੀ, ਤਾਂ ਗੁਰੂ ਸਾਹਿਬ ਜੀ ਨੇ ਇੱਕ ਵਿਸ਼ੇਸ਼ ਵੱਡੇ ਚੌਕਠੇ ਦੇ ਵਿੱਚ ਸਾਰੀ ਤਿਆਰੀ ਆਰੰਭ ਕਰਵਾਈ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਲੈ ਕੇ ਅਸੀਂ ਵੇਖਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਗੁਰਦੁਆਰੇ ਦੀਆਂ ਸੇਵਾਵਾਂ ਦੇ ਵਿੱਚ ਸਿੱਖਾਂ ਨੂੰ ਲਾਉਣਾ, ਸੇਵਾ ਵਿੱਚ ਲਾਉਣਾ, ਉਹ ਵੀ ਸਿੱਖਾਂ ਨੂੰ ਜਿਸਮਾਨੀ ਤੌਰ ਤੇ ਤਕੜੇ ਕਰਨ ਦਾ ਇੱਕ ਕਾਰਨ ਸੀ। ਤੇ ਛੇਵੇਂ ਪਾਤਸ਼ਾਹ ਵੇਲੇ ਤੇ ਫਿਰ ਜੰਗਾਂ ਹੀ ਆਰੰਭ ਹੋ ਗਈਆਂ। ਮੀਰੀ ਪੀਰੀ ਦਾ ਸਿਧਾਂਤ ਗੁਰੂ ਮਹਾਰਾਜ ਜੀ ਨੇ ਸਪਸ਼ਟ ਤੌਰ ਤੇ ਪ੍ਰਗਟ ਕਰ ਦਿੱਤਾ। ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ, ਅਕਾਲ ਤਖਤ ਸਾਹਿਬ ਦੇ ਸਾਹਮਣੇ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਸੀ, ਘੋਲ ਕਰਵਾਏ ਜਾਂਦੇ ਸਨ, ਤੇ ਢਾਡੀ ਜਿਹੜੇ ਸੀ ਉਹ ਯੋਧੇ ਨੇ 12 ਗਾਉਂਦੇ ਸੀਗੇ, ਤਾਂ ਕਿ ਜਿਹੜਾ ਸਿੱਖ ਆ ਉਹ ਕਿਸੇ ਪਾਸਿਓਂ ਵੀ ਕਮਜ਼ੋਰ ਨਾ ਰਹਿ ਜਾਵੇ। ਦੇਸ਼ ਹਜ਼ਾਰਾਂ ਸਾਲਾਂ ਦਾ ਗੁਲਾਮ ਚੱਲਿਆ ਆ ਰਿਹਾ ਸੀ, ਤੇ ਉਹ ਤਾਂ ਹੀ ਟਾਕਰਾ ਕਰ ਸਕਦੇ ਆ ਜੇ ਉਹਨਾਂ ਦੀ ਲੰਬੀ ਤਿਆਰੀ ਕਰਵਾਈ ਜਾਂਦੀ। ਸੋ ਗੁਰੂ ਸਾਹਿਬ ਜੀ ਨੇ ਉਸ ਤਿਆਰੀ ਨੂੰ ਬੜੇ ਬਾਖੂਬੀ ਕਰਵਾਇਆ। ਤੇ ਅਸੀਂ ਵੇਖਦੇ ਹਾਂ ਕਿ ਉਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜਾਂਦੇ ਨੇ, ਤੇ ਉਹ ਅਸੀਂ ਅਕਸਰ ਸੁਣਦੇ ਹਾਂ ਕਿ ਐਸੇ ਬੰਦੇ ਜਿਹੜੇ ਕਮਜ਼ੋਰ ਸਮਝਦੇ ਸੀ ਆਪਣੇ ਆਪ ਨੂੰ, ਚਿੜੀਆਂ ਵਾਂਗੂ ਸਮਝਦੇ ਸੀਗੇ, ਉਹ ਬਾਜਾਂ ਨਾਲ ਟੱਕਰ ਲੈਣ ਲਈ ਤਿਆਰ ਹੋ ਗਏ। ਬਹੁਤੇ ਕਮਜ਼ੋਰ ਬੰਦੇ ਜਿਹੜੇ ਸਨ ਉਹ ਵੱਡਿਆਂ ਵੱਡਿਆਂ ਜ਼ਾਲਮਾਂ ਨੂੰ ਲਲਕਾਰਨ ਵਾਸਤੇ ਤਿਆਰ ਹੋ ਗਏ। ਉਹ ਸਾਰਾ ਪੈਗਾਮ ਜਿਹੜਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਆਰੰਭ ਹੋਇਆ ਸੀ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਲੇ ਉਹ ਪੂਰੀ ਸਫਲਤਾ ਦੇ ਨਾਲ ਨਿਪਟ ਚੜਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਾਅਦ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਪੰਜਾਬ ਆਉਂਦੇ ਨੇ, ਜੰਗਾਂ ਲੜਦੇ ਨੇ, ਸਾਰੇ ਕਹਿ ਲਓ ਵੀ ਪੰਥ ਨੂੰ ਇਕੱਠਾ ਕਰਦੇ ਨੇ, ਖਾਲਸੇ ਨੂੰ ਇਕੱਠਾ ਕਰਦੇ ਨੇ ਹਨਾ, ਉਸ ਤੋਂ ਬਾਅਦ ਵੀ ਉਹਨਾਂ ਨੇ ਲੜਾਈਆਂ ਲੜੀਆਂ, ਚਾਹੇ ਸਰਹੰਦ ਦੀ ਲੜਾਈ ਹੋਵੇ ਜਾਂ ਹੋਰ ਲੜਾਈਆਂ ਹੋਣ। ਉਸ ਤੋਂ ਬਾਅਦ ਕਹਿ ਲਓ ਮਹਾਰਾਜਾ ਰਣਜੀਤ ਸਿੰਘ ਦੇ ਕਹਿ ਲਓ ਖਾਲਸਾ ਰਾਜ ਰਿਹਾ ਆਪਣਾ। ਸੋ ਇਹ ਬੜਾ ਸਫ਼ਰ ਰਿਹਾ, ਲੰਬਾ ਸਫ਼ਰ ਰਿਹਾ, ਸ਼ਹਾਦਤਾਂ ਦਾ ਸਫ਼ਰ ਵੀ ਰਿਹਾ। ਉਹਦੇ ਵਿੱਚ ਜੇ ਕਰੀਏ ਵੀ ਆਪਣੇ ਬਹੁਤ ਯੋਧਿਆਂ ਨੇ ਕਹਿ ਲਓ ਜ਼ਾਲਮਾਂ ਨਾਲ ਟੱਕਰ ਲਈ। ਸੋ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਤੇ ਜਿਹੜੇ ਉਦੋਂ ਬਾਅਦ ਦੇ ਯੋਧੇ ਆ ਉਹਨਾਂ ਬਾਰੇ ਵੀ ਦੱਸਿਆ, ਸਿੱਖ ਖਾਲਸਾ ਪੰਥ ਖਾਲਸਾ ਰਾਜ ਬਾਰੇ ਵੀ ਦੱਸਿਆ। ਬਿਲਕੁਲ ਜੀ ਬਿਲਕੁਲ। ਅਸੀਂ ਕਿਉਂਕਿ ਜਿੰਨਾ ਚਿਰ ਤੱਕ ਸਮੁੱਚੇ ਇਤਿਹਾਸ ਦੀ ਗੱਲ ਨਹੀਂ ਕਰਦੇ, ਉਹਨਾਂ ਚਿਰ ਤੱਕ ਅਸੀਂ ਕਿਸੇ ਵੀ ਬੱਚੇ ਨੂੰ ਜਾਂ ਵੱਡੀ ਉਮਰ ਵਾਲੇ ਨੂੰ ਵੀ ਜਿਹੜਾ ਆਪਣੇ ਇਤਿਹਾਸ ਤੋਂ ਜਾਣੂ ਹੋਣ ਤੋਂ ਅਧੂਰਾ ਰਹਿ ਜਾਏਗਾ। ਕਿਉਂਕਿ ਜਿਹੜੀ ਨੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਰੱਖੀ ਸੀ ਕਿ ਜੋ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਉਹ ਨਤੀਜੇ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਦੂਬੇ ਸਾਹਮਣੇ ਆਏ ਨੇ ਕਿ ਕਿਵੇਂ ਉਹਨਾਂ ਨੇ ਇੱਕ ਛੋਟੀ ਜਿਹੀ ਫੌਜ ਨੂੰ ਨਾਲ ਲੈ ਕੇ ਜਿਹੜੀ ਏਸ਼ੀਆ ਭਰ ਦੀ ਸਭ ਤੋਂ ਵੱਡੀ ਹਕੂਮਤ ਸੀ ਮੁਗਲਿਆ ਹਕੂਮਤ ਨੂੰ, ਉਹਨਾਂ ਟੱਕਰ ਲੈਣ ਵਾਸਤੇ ਤਿਆਰ ਹੋਏ, ਤੇ ਟੱਕਰ ਹੀ ਨਹੀਂ ਲਈ, ਉਹਨਾਂ ਨੇ ਦੰਦ ਖੱਟੇ ਕੀਤੇ, ਜਿੱਤ ਹਾਸਲ ਕੀਤੀ, ਤੇ ਪਹਿਲਾ ਖਾਲਸਾ ਰਾਜ ਵੀ ਕਾਇਮ ਕੀਤਾ ਉਹਨਾਂ ਨੇ, ਆਪਣੇ ਸਿੱਕੇ ਜਾਰੀ ਕੀਤੇ। ਸੋ ਅਸੀਂ ਇਹਨਾਂ ਸਾਰੇ ਹੀ ਜਿਹੜੇ ਇਤਿਹਾਸ ਦੇ ਪੱਖ ਤੋਂ ਜਾਣੂ ਕਰਵਾਇਆ। ਫਿਰ ਇਸ ਤੋਂ ਬਾਅਦ ਮਿਸਲਾਂ ਦਾ ਰਾਜ ਆਉਂਦਾ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਲਾਹੌਰ ਦੇ ਕਿਲੇ ਤੇ ਕਬਜ਼ਾ ਕਰਕੇ ਰਾਜ ਕਾਇਮ ਕਰਦੇ ਨੇ, ਤੋਂ ਬਾਬਾ ਮਹਾਰਾਜਾ ਰਣਜੀਤ ਸਿੰਘ ਜੀ ਫਿਰ ਉਸੇ ਗਾਂ ਰਾਜ ਨੂੰ ਗਾਂ ਵਧਾਉਂਦੇ ਨੇ। ਸੋ ਅਸੀਂ ਸਾਰੇ ਸਮੁੱਚੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਉਣ ਦਾ ਯਤਨ ਕਰਵਾਇਆ, ਤੇ ਬੱਚੇ ਬੜਾ ਮਾਣ ਤੇ ਗੌਰਵ ਮਹਿਸੂਸ ਕਰ ਰਹੇ ਨੇ ਇਤਿਹਾਸ ਨੂੰ ਸੁਣ ਕੇ, ਜਾਣ ਕੇ। ਤੇ ਉਹ ਜਿੱਥੇ ਪਹਿਲਾਂ ਇੱਕ ਸ਼ਰਧਾ ਬਸ ਸਿੱਖੀ ਵਾਲੇ ਪਾਸੇ ਆਏ ਸਨ, ਹੁਣ ਦੂਸਰਾ ਉਹਨਾਂ ਦਾ ਇੱਕ ਹੋਰ ਵੱਖਰਾ ਐਟੀਟਿਊਡ ਬਣਿਆ ਹੈ ਕਿ ਅਸੀਂ ਇੱਕ ਬੜੇ ਵਧੀਆ ਧਰਮ ਦੇ ਵਿੱਚ ਸ਼ਾਮਲ ਹੋਏ ਆ, ਤੇ ਸਾਡਾ ਜਿਹੜਾ ਵਿਰਸਾ ਬੜਾ ਮਹਾਨ ਆ। ਬਿਲਕੁਲ ਜੀ, ਆਪਣੀ ਜਿਹੜੀ ਕੌਮ ਆ ਮਾਰਸ਼ਲ ਕੌਮ ਆ, ਲੜਾਈਆਂ ਜੰਗਾਂ ਯੁੱਧਾਂ ਨਾਲ ਕਹਿ ਲਓ ਵੀ ਜੂਝਦੇ ਰਹੇ ਨੇ, ਲੜਦੇ ਰਹੇ ਨੇ, ਅੜਦੇ ਰਹੇ ਨੇ, ਖੜਦੇ ਰਹੇ ਨੇ ਆਪਦੇ ਦੇਸ਼ ਲਈ। ਸੋ ਬਹੁਤ ਵਧੀਆ ਲੱਗਿਆ ਜਿਹੜਾ ਤੁਸੀਂ ਬੱਚਿਆਂ ਨੂੰ ਸਿੱਖਿਆ ਦੇ ਰਹੇ ਹੋ। ਸੋ ਗੱਲ ਇਹ ਆ ਜੀ, ਆਪਦੇ ਇਤਿਹਾਸ ਨਾਲ ਜੁੜਨਾ ਇੱਕ ਕਹਿ ਲਓ ਵੀ ਗੌਰਵ ਵਾਲੀ ਗੱਲ ਆ, ਮਾਣ ਵਾਲੀ ਗੱਲ ਆ ਕਿ ਕਿੱਦਾਂ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਸਾਡੇ ਕਿਹੜੇ ਯੋਧੇ ਸੂਰਮੇ ਹੋਏ ਆ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਕਹਿ ਲਓ ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਸਿੱਖਾਂ ਦਾ ਰਾਜ ਰਿਹਾ, ਕਿੱਥੋਂ ਲੈ ਕੇ ਕਿੱਥੋਂ ਤੱਕ ਰਾਜ ਰਿਹਾ, ਕਿਹੜੀਆਂ ਹੱਦਾਂ ਸੀਗੀਆਂ, ਮਹਾਂ ਪੰਜਾਬ ਸੀ ਜਦੋਂ, ਤੇ ਉਹ ਸਾਰੀਆਂ ਚੀਜ਼ਾਂ ਨਾਲ ਜੋੜਨਾ। ਮੈਂ ਪਰਸਨਲ ਐਕਸਪੀਰੀਅੰਸ ਦੱਸ ਰਿਹਾ ਹੈਗਾ ਵੀ ਜਦੋਂ ਮੈਂ ਇੱਥੇ ਆਇਆ ਤਾਂ ਬੱਚੇ ਜਦੋਂ ਇਤਿਹਾਸ ਪੜ੍ਹਦੇ ਨੇ ਤਾਂ ਉਹ ਚੀਜ਼ਾਂ ਜਾਣਦੇ ਨੇ, ਸਿੱਖਦੇ ਨੇ। ਸੋ ਬਹੁਤ ਵਧੀਆ ਉਪਰਾਲਾ ਹੋਇਆ ਜੀ। ਤੋ ਬਾਕੀ ਇਸ ਕੈਂਪ ਬਾਰੇ ਹੋਰ ਵੀ ਜਾਣਾਂਗੇ, ਪਰ ਵੇਲਾ ਇੱਕ ਨਿੱਕੀ ਜੀ ਬ੍ਰੇਕ ਦਾ ਹੋ ਗਿਆ। ਬ੍ਰੇਕ ਦੇ ਅਗਲੇਰੇ ਪਾਰ ਤੁਹਾਨੂੰ ਇਸ ਕੈਂਪ ਵਿੱਚ ਕਿਹੜੀਆਂ ਐਕਟੀਵਿਟੀਜ਼ ਹੁੰਦੀਆਂ ਨੇ ਡਿਟੇਲ ਵਿੱਚ ਆਪਾਂ ਜਾਣਾਂਗੇ ਮੈਮ ਕੋਲੋਂ। ਸੋ ਆਓ ਜੀ, ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਤੇ ਆਪਾਂ ਇਸ ਵੇਲੇ ਜਿਹੜਾ ਪਹੁੰਚੇ ਹੋਏ ਹਾਂ ਬਾਹਰ
ਇਹ ਗੁਰਮਤ ਕੈਂਪ ਅਕਾਲ ਇੰਟਰਨੈਸ਼ਨਲ ਗੁਰਮਤ ਕੈਂਪ ਲੱਗਿਆ ਹੋਇਆ ਕਲਗੀਧਰ ਟਰੱਸਟ ਬੜੂ ਸਾਹਿਬ ਵਿਖੇ। ਸੋ ਉਹਦੇ ਵਿੱਚ ਜਿਹੜਾ ਇਹ ਗੁਰਮਤ ਕੈਂਪ ਆ ਆਪਾਂ ਉਹਦੇ ਵਿੱਚ ਡਿਟੇਲ ਵਿੱਚ ਜਾਣਦੇ ਹਾਂ ਕਿ ਕਿਹੜੀਆਂ-ਕਿਹੜੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਕੀ ਕਰਵਾਇਆ ਜਾਂਦਾ ਹੈ। ਸੋ ਮੈਮ ਸਾਡੇ ਨਾਲ ਨੇ। ਮੈਮ ਪਲੀਜ਼ ਦੱਸੋ ਵੀ ਜਿਹੜਾ ਇਹ ਕੈਂਪ ਦਾ ਆਯੋਜਨ ਹੁੰਦਾ ਉਹਦੇ ਵਿੱਚ ਕੀ ਕਰਵਾਇਆ ਜਾਂਦਾ। ਕੈਂਪ ਦਾ ਦੇਖੋ ਜੀ, ਜਿਹੜਾ ਅਕਾਲ ਇੰਟਰਨੈਸ਼ਨਲ ਗੁਰਮਤ ਕੈਂਪ ਹੈ, ਇਹਦਾ ਉਦੇਸ਼ ਹੈਗਾ ਵੀ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ। ਤੇ ਉਹ ਵਿਰਸੇ ਨਾਲ ਜੋੜਨ ਲਈ ਅਸੀਂ 3-4 ਜਿਹੜੇ ਪੱਖ ਰੱਖੇ ਹੋਏ ਆ। ਪਹਿਲਾ ਹੈਗਾ ਕਿ ਗੁਰਮਤ ਸੰਗੀਤ ਹੈ। ਗੁਰਮਤ ਸੰਗੀਤ ਦੇ ਵਿੱਚ ਇਹਨਾਂ ਨੂੰ ਵੋਕਲ, ਜਿੱਦਾਂ ਹਾਰਮੋਨੀਅਮ ਨਾਲ ਕੀਰਤਨ ਕਰਨਾ, ਜਾਂ ਫਿਰ ਕੋਈ ਸਾਜ਼ ਵਜਾਉਣਾ, ਤੰਤੀ ਸਾਜ਼ਾਂ ਨਾਲ ਕੀਰਤਨ ਕਰਨਾ, ਵਾਇਲਨ, ਰਬਾਬ ਤੇ ਦਿਲ ਰੁਬਾ ਵਗੈਰਾ, ਤਬਲਾ ਵਜਾਉਣਾ ਸਿੱਖਦੇ ਆ ਕਈ ਬੱਚੇ, ਉਹ ਸਿੱਖ ਲੈਂਦੇ ਆ। ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਪੰਜਾਬੀ ਭਾਸ਼ਾ ਜਿਹੜੀ ਆ ਉਹਦਾ ਗਿਆਨ ਦਿੰਦੇ ਆ। ਜਿਵੇਂ ਸ਼ੁਰੂ ਤੋਂ ਊੜੇ ਅੜੇ 35 ਅੱਖਰੀ ਤੋਂ ਲੈ ਕੇ ਫਿਰ ਜਿਹੜਾ ਬੱਚੇ ਬੋਲਣਾ, ਲਿਖਣਾ, ਪੜ੍ਹਨਾ ਜਿਹੜਾ ਉਹ ਸਿੱਖ ਜਾਂਦੇ ਆ। ਤੇ ਫਿਰ ਹੌਲੀ ਹੌਲੀ ਜਦੋਂ ਇਹਨਾਂ ਦੀ ਪੰਜਾਬੀ ਦੇ ਵਿੱਚ ਫਲੂਐਂਸੀ ਬਣ ਜਾਂਦੀ ਆ, ਬਣ ਜਾਂਦਾ ਵਹਾਅ ਪੜ੍ਹਨ ਦਾ ਸੋਹਣਾ, ਤੇ ਫਿਰ ਅਸੀਂ ਇਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਆ। ਗੁਰਬਾਣੀ ਸੰਥਿਆ, ਜਿਹੜੀ ਗੁਰਬਾਣੀ ਦਾ ਸ਼ੁੱਧ ਉਚਾਰਨ, ਤੇ ਕਈ ਜਿਹੜੇ ਪਾਰਟਿਸਪੈਂਟਸ ਆ ਜਿਨ੍ਹਾਂ ਨੂੰ ਪਹਿਲਾਂ ਥੋੜ੍ਹੀ ਜਿਹੀ ਪੰਜਾਬੀ ਆਉਂਦੀ ਹੁੰਦੀ, ਉਹ ਸਹਿਜ ਪਾਠ ਤੱਕ ਵੀ ਕਰਨ ਲੱਗ ਪੈਂਦੇ ਆ। ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣਾ, ਅਰਦਾਸ ਕਰਨੀ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿੱਚ ਛੋਟੀਆਂ-ਛੋਟੀਆਂ ਅਸੀਂ ਜੋੜਦੇ ਹਾਂ, ਹੈ ਨਾ। ਤੋ ਇਸ ਤੋਂ ਇਲਾਵਾ ਫਿਰ ਅਸੀਂ ਇਹਨਾਂ ਨੂੰ ਗੁਰ ਇਤਿਹਾਸ ਬਾਰੇ ਜਿਹੜੇ ਥੋੜ੍ਹੇ ਦਰਸ਼ਨ ਕਰਾਉਂਦੇ ਹਾਂ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਫਿਰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ, ਤੇ ਜਿਹੜੇ ਪ੍ਰਮੁੱਖ ਸ਼ਖਸੀਅਤਾਂ ਹੋਈਆਂ ਨੇ, ਸਿੱਖ ਸ਼ਹੀਦ ਹੋਏ ਆ ਜਾਂ ਹੋਰ ਹੋਏ, ਉਹਨਾਂ ਦੇ ਜੀਵਨ ਤੋਂ ਇਹਨਾਂ ਨੂੰ ਪ੍ਰੇਰਨਾ ਮਿਲੇ। ਉਹ ਛੋਟੀਆਂ-ਛੋਟੀਆਂ ਸਾਖੀਆਂ ਲੈ ਕੇ ਕਹਾਣੀਆਂ ਦੇ ਰੂਪ ਵਿੱਚ। ਤੇ ਉਸ ਤੋਂ ਇਲਾਵਾ ਫਿਰ ਜਿਹੜੀ ਗੁਰਮਤਿ ਰਹਿਤ ਮਰਿਆਦਾ ਦੇ ਵਿੱਚ ਕੁਝ ਜਿਹੜੇ ਜ਼ਰੂਰੀ ਪੱਖ ਆਉਂਦੇ ਆ, ਜਿਵੇਂ ਅਰਦਾਸ ਹੈ, ਅੰਮ੍ਰਿਤ ਵੇਲਾ, ਉਹਦੀ ਮਹਾਨਤਾ ਹੋ ਗਈ, ਸੰਗਤ, ਪੰਗਤ, ਤੇ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਅਸੀਂ ਸੰਖੇਪ ਜਾਣਕਾਰੀ ਦੇ ਕੇ ਫਿਰ ਅਸੀਂ ਗਰੁੱਪ ਡਿਸਕਸ਼ਨ ਕਰਦੇ ਹਾਂ ਜੀ। ਇਹਦੇ ਤੇ ਉਹ ਬੱਚੇ ਜਿਹੜੇ ਆਪਸ 'ਚ ਬੈਠ ਕੇ ਫਿਰ ਗੱਲਬਾਤ ਕਰਦੇ ਆ। ਤੇ ਜੇ ਉਹਨਾਂ ਦੇ ਮਨਾਂ 'ਚ ਕੋਈ ਸ਼ੰਕੇ, ਜਾਂ ਉਹਨਾਂ ਨੇ ਪਹਿਲਾਂ ਕਿਸੇ ਤੋਂ ਸੁਣਿਆ ਹੋਇਆ, ਜਾਂ ਉਹਨਾਂ ਦੇ ਮਨ 'ਚ ਗੱਲ ਆਉਂਦੀ ਹੈ, ਫਿਰ ਉਹ ਸਾਡੇ ਤੋਂ ਪੁੱਛ ਲੈਂਦੇ ਆ। ਫਿਰ ਉਹ ਜੀ ਅਸੀਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ। ਸਾਰੇ ਹੀ ਈਵਨ ਇਹਦੇ ਵਿੱਚ ਆਪਣੇ ਜਿਹੜੇ ਉਹ ਤਜਰਬੇ ਦੱਸ ਸਕਦੇ ਆ। ਕਈ ਵਾਰੀ ਬੱਚਿਆਂ ਦੇ ਪੇਰੈਂਟਸ ਵੀ ਬੈਠੇ ਹੁੰਦੇ ਆ, ਕੋਈ ਵਲੰਟੀਅਰਸ ਆ ਜਾਂਦੇ ਆ, ਤੇ ਉਹ ਸਾਰੇ ਰਲ ਮਿਲ ਕੇ ਫਿਰ ਅਸੀਂ ਇੱਕ ਉਹਦੇ ਵਿੱਚੋਂ ਮਤਲਬ ਵਧੀਆ ਕੋਈ ਮੈਸੇਜ ਲੈ ਕੇ ਨਿਕਲਦੇ ਹਾਂ। ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਜਿੱਦਾਂ ਗੱਲ ਕੀਤੀ ਸੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਗੁਰੂ ਨਾਨਕ ਦੇਵ ਜੀ ਨੇ ਸਿਧਾਂਤ ਦਿੱਤਾ, ਜਿਹੜਾ ਕਿ ਇਹ ਮਨੁੱਖ ਨੂੰ ਇੱਕ ਸਚਿਆਰ ਮਨੁੱਖ ਬਣਨ ਲਈ ਜਾਂ ਇੱਕ ਸਮਾਜ ਦਾ ਬਹੁਤ ਵਧੀਆ ਪੱਖ ਜਿਹੜਾ ਉਹ ਸਿਰਜਣ ਵਾਸਤੇ ਯੋਗਦਾਨ ਪਾਉਂਦਾ ਹੈ। ਤਾਂ ਉਹਦੇ ਲਈ ਅਸੀਂ ਬੱਚਿਆਂ ਨੂੰ ਬੜਾ ਮਤਲਬ ਕਰਦੇ ਹਾਂ, ਮੋਟੀਵੇਟ ਕਰਦੇ ਹਾਂ ਕਿ ਜਿੱਦਾਂ ਬਚਪਨ ਤੋਂ ਹੀ ਉਹਨਾਂ ਨੇ ਕੋਈ ਚੀਜ਼ ਜਿਹੜੀ ਹੈ ਉਹ ਕਿਰਤ ਕਰਨੀ ਆ, ਇਮਾਨਦਾਰੀ ਨਾਲ ਕੰਮ ਕਰਨਾ ਜਿਹੜਾ ਵੀ ਕਰਨਾ, ਫਿਰ ਉਹਦੇ ਵਿੱਚੋਂ ਜਿਹੜਾ ਉਹਨਾਂ ਨੇ ਕਮਾਉਣਾ ਜਾਂ ਲੱਭਣਾ ਉਹ ਦੂਜਿਆਂ ਨਾਲ ਸ਼ੇਅਰ ਕਰਨਾ, ਵੰਡ ਕੇ ਛਕਣਾ, ਨਾਮ ਜਪਣਾ। ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਉਹਨਾਂ ਦੇ ਜਿਹੜੀਆਂ ਰੀਅਲ ਲਾਈਫ ਸਿਚੁਏਸ਼ਨਸ ਆ ਉਹਨਾਂ ਦੇ ਨਾਲ ਜੋੜ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਹੈ ਨਾ। ਫਿਰ ਪੰਜਾਬੀ ਦੀ ਅੱਖਰਕਾਰੀ, ਸੋਹਣਾ ਲਿਖਣਾ, ਇਹ ਵੀ ਉਹਦੇ ਵਿੱਚ ਸ਼ਾਮਲ ਹੋ ਜਾਂਦਾ, ਥੋੜਾ ਵੀ ਸਿਖਾਉਂਦੇ ਹਾਂ। ਵਿੱਚ ਕੋਈ ਕੰਪੀਟੀਸ਼ਨ ਵੀ ਕਰਵਾਉਣੇ ਹੋ ਬੱਚਿਆਂ ਦੇ? ਹਾਂਜੀ ਬਿਲਕੁਲ। ਜਿਹੜਾ ਵੀ ਅਸੀਂ ਜਿੱਦਾਂ ਸਿੱਖ ਇਤਿਹਾਸ ਪੜ੍ਹਾਇਆ ਉਹਦੇ ਤੇ ਗੁਰਮਤ ਕੁਇਜ਼ ਕਰਵਾਇਆ, ਜਿਹੜੀ ਸੋਹਣਾ ਲਿਖਣਾ, ਕੈਲੀਗ੍ਰਾਫੀ ਸਿਖਾਈ, ਅੱਖਰਕਾਰੀ, ਉਹਦਾ ਵੀ ਅਸੀਂ ਇੱਕ ਮਤਲਬ ਉਹਨਾਂ ਦਾ ਕੰਪੀਟੀਸ਼ਨ ਰੱਖ ਲਿਆ ਜਿਵੇਂ ਕਰਦੇ ਆ। ਫਿਰ ਗਰੁੱਪ ਡਿਸਕਸ਼ਨ ਦੇ ਵਿੱਚ ਜਿੱਦਾਂ 3-4 ਗਰੁੱਪ ਬਣਾਏ ਆ, ਉਹਨਾਂ ਦੇ ਵਿੱਚੋਂ ਅਸੀਂ ਜਦੋਂ ਡਿਸਕਸ਼ਨ ਲਈ ਟੌਪਿਕ ਦਿੰਦੇ ਆ, ਉਹ ਜਿੱਦਾਂ ਬੱਚੇ ਡਿਸਕਸ ਕਰਦੇ ਆ, ਫਿਰ ਉਹਨਾਂ ਨੂੰ ਥੋੜਾ ਜਿਹਾ ਉਤਸ਼ਾਹ ਦੇਣ ਲਈ ਅਸੀਂ ਕਦੇ ਮੈਡਲ ਉਹਨਾਂ ਨੂੰ ਦੇ ਦਿੰਦੇ ਆ, ਕਦੇ ਟਰੋਫੀਜ਼ ਦੇ ਦਿੰਦੇ ਆ। ਤੋ ਇਸ ਤਰ੍ਹਾਂ ਦੇ ਨਾਲ ਫਿਰ ਬੱਚੇ ਬੜਾ ਉਤਸ਼ਾਹ ਦਿਖਾਉਂਦੇ ਆ, ਬਲਕਿ ਉਹ ਬਹੁਤ ਜ਼ਿਆਦਾ ਆਪਣੇ ਆਪ ਰਿਸਰਚ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰਦੇ ਆ ਵੀ ਕੱਲ ਨੂੰ ਅਸੀਂ ਇਹ ਵਾਲਾ ਕਰਾਂਗੇ, ਲੀਡ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਅੱਜ ਮੈਂ ਲੀਡ ਕਰੂੰਗਾ ਗਰੁੱਪ ਡਿਸਕਸ਼ਨ ਨੂੰ, ਅੱਜ ਮੈਂ ਕਰੂੰਗਾ। ਇਸ ਤਰ੍ਹਾਂ ਉਹਨਾਂ ਦੀ ਬੜੀ ਭਾਵਨਾ ਜਾਗਦੀ ਹੈ ਜੀ। ਹਾਂਜੀ ਜੀ ਬਿਲਕੁਲ। ਤੇ ਹੁਣ ਜਿਹੜਾ ਹੈਗਾ ਸਾਰਾ ਗੱਤਕੇ ਦੇ ਵੀ ਆਪਾਂ ਜ਼ਾਹਰ ਵੇਖ ਲਏ ਪਿੱਛੇ, ਤੇ ਹੁਣ ਇਸ ਤੋਂ ਬਾਅਦ ਅਗਲੀ ਐਕਟੀਵਿਟੀ ਕਿਹੜੀ ਹੋਊਗੀ ਜੀ? ਹੁਣ ਜੀ ਅਸੀਂ ਇਸ ਵੇਲੇ ਸ਼ਾਮ ਦਾ ਵੇਲਾ ਤੇ ਉਹ ਰਹਿਰਾਸ ਕਰਨਾ ਚਾਹੁੰਦੇ ਹਾਂ ਕਿ ਥੋੜਾ ਜਿਹਾ ਕੁਦਰਤ ਦੀ ਗੋਦ 'ਚ ਬੈਠ ਕੇ ਇੱਕ ਅਲੱਗ ਤਰ੍ਹਾਂ ਦੇ ਨਾਲ ਅੱਜ ਸੋਚਦੇ ਹਾਂ ਕਿ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਬਲਹਾਰੀ ਕੁਦਰਤ ਵਸਿਆ, ਤਾਂ ਕੁਦਰਤ ਦੇ ਨਾਲ ਜੁੜ ਕੇ ਅਸੀਂ ਅੱਜ ਰਹਿਰਾਸ ਕਰਾਂਗੇ। ਇੱਥੇ ਥੋੜੀ ਮੈਡੀਟੇਸ਼ਨ, ਪਹਿਲਾਂ ਸਿਮਰਨ, ਫਿਰ ਰਹਿਰਾਸ।
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਰਹਿਰਾਸ ਸਾਹਿਬ ਦੇ ਪਾਠ ਕੀਤੇ ਕੁਦਰਤ ਦੀ ਗੋਦ ਵਿੱਚ ਬਹਿ ਕੇ, ਸੋ ਬਹੁਤ ਵਧੀਆ ਲੱਗਿਆ। ਖੁਦ ਨੂੰ ਧੰਨ ਭਾਗਾ ਮਹਿਸੂਸ ਕਰ ਰਿਹਾ ਕਿ ਮੈਂ ਇਸ ਬੜੂ ਸਾਹਿਬ ਦੀ ਧਰਤੀ ਤੇ ਪਹੁੰਚਿਆ, ਇਸ ਪਵਿੱਤਰ ਧਰਤੀ ਤੇ ਆਇਆ ਜਿੱਥੋਂ ਵਿੱਦਿਆ ਦਾ ਸੂਰਜ ਉਦੇ ਹੋਇਆ, ਜਿੱਥੋਂ ਪੂਰ ਦੁਨੀਆ ਵਿੱਚ ਸਿੱਖੀ ਤੇ ਸਿੱਖਿਆ ਪਹੁੰਚ ਰਹੀ ਹੈ, ਜਾ ਰਹੀ ਹੈ, ਬਾਣੀ ਤੇ ਬਾਣੀ ਨਾਲ ਜੋੜਿਆ ਜਾ ਰਿਹਾ ਹੈ। ਤੇ ਉੱਥੇ ਹੀ ਇਹੋ ਜਿਹੀਆਂ ਜਿਹੜੇ ਆਪਣੀ ਐਕਟੀਵਿਟੀਜ਼ ਕਰਦੇ ਨੇ, ਚਾਹੇ ਉਹ ਗੁਰਮਤਿ ਕੈਂਪ ਹੋ ਗਿਆ, ਅਕਾਲ ਇੰਟਰਨੈਸ਼ਨਲ ਗੁਰਮਤਿ ਕੈਂਪ ਹੋ ਗਿਆ, ਸੋ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਬਹੁਤ ਜ਼ਰੂਰੀ ਆ। ਸਪੈਸ਼ਲੀ ਜਿਹੜੇ ਸਿੱਖ ਬਾਹਰ ਰਹਿੰਦੇ ਨੇ, ਉਹਨਾਂ ਦਾ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਮੋੜਨਾ, ਸਿੱਖੀ ਨਾਲ ਜੋੜਨਾ, ਬਾਣੀ ਨਾਲ ਜੋੜਨਾ ਬਹੁਤ ਜ਼ਰੂਰੀ ਆ। ਤੇ ਉਹਨਾਂ ਲਈ ਇਹ ਧਰਤੀ ਬਹੁਤ ਪਵਿੱਤਰ ਆ। ਸੋ ਇੱਥੇ ਆਪਣੇ ਬੱਚਿਆਂ ਨੂੰ ਤੁਸੀਂ ਭੇਜੋ, ਗੁਰਮਤਿ ਕੈਂਪ ਦਾ ਹਿੱਸਾ ਬਣਵਾਓ। ਸੋ ਅਕਾਲ ਅਕੈਡਮੀਆਂ ਦੇ ਵਿੱਚ ਵੀ ਬੱਚੇ ਬਾਣੀ ਨਾਲ ਜੁੜਦੇ ਨੇ। ਬਹੁਤ ਵਧੀਆ ਲੱਗਿਆ ਇਸ ਕੈਂਪ ਬਾਰੇ ਜਾਣ ਕੇ, ਇਸ ਕੈਂਪ ਦਾ ਹਿੱਸਾ ਬਣ ਕੇ, ਸੋ ਬਹੁਤ ਵਧੀਆ ਲੱਗਿਆ। ਸੋ ਇਸ ਤਰ੍ਹਾਂ ਹੀ ਤੁਸੀਂ ਵੀ ਸੰਸਥਾ ਨੂੰ ਸਹਿਯੋਗ ਦਿੰਦੇ ਰਹੋ, ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਸੰਸਥਾ ਇੰਨਾ ਕਾਰਜ ਕਰ ਰਹੀ ਆ।